ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਜ ਪ੍ਰਕਾਸ਼ ਦੀ ਜੋ ਵਿਚਾਰ ਚਰਚਾ ਚੱਲ ਰਹੀ ਹੈ, ਬਹੁਤ ਵੀਰ ਇਹ ਕਹਿੰਦੇ ਸਨ ਕਿ ਇਹਦੇ ਵਿੱਚ ਬਹੁਤ ਅੱਛਾ ਵੀ ਹੈ ਔਰ ਕੁਝ ਬੁਰਾ ਹੈ। ਅੱਛੇ ਨੂੰ ਕੱਢ ਕੇ ਇਸ ਨੂੰ ਰੱਖ ਲਓ, ਬੁਰੇ ਨੂੰ ਛੱਡ ਦਿਓ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਇਸ ਗ੍ਰੰਥ ਨੂੰ ਆਪਣਾ ਗ੍ਰੰਥ ਅਸੀਂ ਮੰਨਾਂਗੇ ਤਾਂ ਫਿਰ ਵਿਰੋਧੀਆਂ ਨੇ ਇੰਜ ਨਹੀਂ ਕਰਨਾ। ਜਿਹੜੇ ਦੂਸਰੇ ਧਰਮਾਂ ਦੇ ਲੋਕ ਨੇ, ਖੋਜੀ ਵੀਰ ਨੇ, ਉਹਨਾਂ ਨੇ ਤਾਂ ਜੋ ਬੁਰਾ ਲਿਖਿਆ ਹੋਇਆ ਸੰਸਾਰ ਦੇ ਉੱਤੇ ਉਸ ਨੂੰ ਪ੍ਰਚਾਰਨਾ। ਅਤੇ ਇਸ ਕਰਕੇ ਇਹ ਜਿਹੜੀ ਤਰਕੀਬ ਹੈ, ਇਹ ਜਿਹੜੀ ਸਲਾਹ ਆ, ਇਹ ਬਿਲਕੁਲ ਅਰਥਹੀਣ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਆਓ ਅਸੀਂ ਇਸ ਗ੍ਰੰਥ ਨੂੰ ਮੁੜ ਤੋਂ ਸ਼ੁਰੂ ਕਰਦੇ ਹਾਂ। ਪਹਿਲਾਂ ਕਵੀ ਸੰਤੋਖ ਸਿੰਘ ਦੇ ਬਾਰੇ। ਕਵੀ ਸੰਤੋਖ ਸਿੰਘ ਦਾ ਜਨਮ ਜੋ ਹੈ ਉਹ 1788 ਈਸਵੀ ਨੂੰ ਨੂਰਦੀਨ ਦੀ ਸਰਾਂ, ਤਰਨ ਤਾਰਨ ਅੱਜ ਕੱਲ੍ਹ ਜ਼ਿਲ੍ਹਾ, ਪਹਿਲਾਂ ਇਹ ਅੰਮ੍ਰਿਤਸਰ ਦਾ ਹਿੱਸਾ ਸੀ, ਵਿਖੇ ਹੋਇਆ। ਉਹਨਾਂ ਦੀ ਜਿਹੜੀ ਸਾਰੀ ਪੜ੍ਹਾਈ ਹੈ ਧਰਮ ਦੀ ਔਰ ਜੋ ਵੀ ਗਿਆਨ ਹੈ, ਉਹਨਾਂ ਨੇ 15 ਸਾਲ ਦਰਬਾਰ ਸਾਹਿਬ ਦੇ ਗ੍ਰੰਥੀ ਸੰਤ ਸਿੰਘ ਪਾਸੋਂ ਪੜ੍ਹਾਈ ਕੀਤੀ। ਉਹਨਾਂ ਦੇ ਪਿਤਾ ਸਰਦਾਰ ਦੇਵਾ ਸਿੰਘ ਬਹੁਤ ਹੀ ਵਿਦਵਾਨ ਸੱਜਣ ਸਨ ਔਰ ਉਹਨਾਂ ਦੀ ਮਾਤਾ ਰਾਜ ਦੇਵੀ। ਉਹਨਾਂ ਨੇ ਪਾਲਣ ਪੋਸ਼ਣ ਕਰਕੇ ਧਾਰਮਿਕ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਕਰਕੇ ਇਹਨਾਂ ਨੂੰ ਅੰਮ੍ਰਿਤਸਰ ਵਿਖੇ ਜੋ ਸੇਵਾਦਾਰ ਸੀ ਸੰਤ ਸਿੰਘ, ਉਹਦੇ ਕੋਲੋਂ ਪੜ੍ਹਾਇਆ। ਉਸ ਤੋਂ ਪੜ੍ਹਾਈ ਕਰਕੇ ਇਹ ਬੂੜੀਆ ਪਿੰਡ, ਜ਼ਿਲ੍ਹਾ ਅੰਬਾਲਾ ਚਲੇ ਗਏ। ਫਿਰ ਇਹਨਾਂ ਨੇ ਜਿਹੜਾ ਗ੍ਰੰਥ ਲਿਖਣ ਦੀ ਸ਼ੁਰੂਆਤ ਕੀਤੀ। ਮੈਂ ਇਹ ਸਭ ਕੁਝ ਕਿਉਂ ਦੱਸ ਰਿਹਾ, ਉਹਦਾ ਮਤਲਬ ਇਹ ਹੈ ਕਿ ਕਵੀ ਸੰਤੋਖ ਸਿੰਘ ਪੰਜਾਬ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਏ ਔਰ ਉਹਨਾਂ ਦੀ ਸਾਰੀ ਤਾਲੀਮ, ਪੜ੍ਹਾਈ ਇੱਕ ਗੁਰਦੁਆਰੇ ਦੇ ਗ੍ਰੰਥੀ ਇੱਕ ਸਿੱਖ ਕੋਲੋਂ ਹੋਈ। ਔਰ ਜਦੋਂ ਕਵੀ ਸੰਤੋਖ ਸਿੰਘ ਗ੍ਰੰਥ ਲਿਖ ਰਿਹਾ ਤਾਂ ਇਹ ਬੋਲੀ ਜਿਹੜੀ ਲਿਪੀ ਤਾਂ ਗੁਰਮੁਖੀ ਵਰਤ ਰਿਹਾ, ਪਰ ਬੋਲੀ ਬ੍ਰਿਜ ਭਾਸ਼ਾ ਵਰਤ ਰਿਹਾ। ਨਾਲ ਕਵੀ ਸੰਤੋਖ ਸਿੰਘ ਇਹ ਲਿਖਦਾ ਹੈ ਕਿ ਉਹ ਲਿਖਣ ਤੋਂ ਬਾਅਦ ਵਿੱਚ ਇਸ ਸਾਰੇ ਕੁਝ ਨੂੰ ਪੱਕਾ ਕਰਨ ਤੋਂ ਪਹਿਲਾਂ ਉਹ ਗੁਰਦੁਆਰਿਆਂ ਵਿੱਚ ਕਥਾ ਕਰਿਆ ਕਰਦਾ ਸੀ। ਹੁਣ ਮੈਂ ਸਾਰੀਆਂ ਸੰਗਤਾਂ ਸਾਹਮਣੇ ਇੱਕ ਸਵਾਲ ਰੱਖ ਰਿਹਾ, ਉਹ ਸੰਗਤਾਂ ਨੇ ਇਸ ਦਾ ਜਵਾਬ ਦੇਣਾ ਕਿ ਗੁਰਦੁਆਰਿਆਂ ਵਿੱਚ ਉਹ ਕਥਾ ਬ੍ਰਿਜ ਭਾਸ਼ਾ ਵਿੱਚ ਕਰਿਆ ਕਰਦਾ ਸੀ ਜਾਂ ਪੰਜਾਬੀ ਵਿੱਚ ਕਰਿਆ ਕਰਦਾ ਸੀ। ਬ੍ਰਿਜ ਭਾਸ਼ਾ, ਮੈਨੂੰ ਤਾਂ ਮੇਰੀ ਉਮਰ ਵੀ 70 ਸਾਲ ਨੂੰ ਹੋਣ ਨੂੰ ਆਈ ਹੈ, ਮੈਂ ਆਪਣੇ ਜੀਵਨ ਕਾਲ ਵਿੱਚ ਕਦੀ ਵੀ ਬ੍ਰਿਜ ਭਾਸ਼ਾ ਵਿੱਚ ਕਥਾ ਹੁੰਦੀ ਨਹੀਂ ਦੇਖੀ ਹੈ। ਅਗਰ ਬ੍ਰਿਜ ਭਾਸ਼ਾ ਦਾ ਪ੍ਰਚਲਨ ਸੀਗਾ ਗੁਰਦੁਆਰਿਆਂ ਵਿੱਚ, ਸਿੱਖਾਂ ਵਿੱਚ, ਤਾਂ ਫਿਰ ਬ੍ਰਿਜ ਭਾਸ਼ਾ ਸਿੱਖਾਂ ਨੂੰ ਆਉਣੀ ਚਾਹੀਦੀ ਹੈ। ਮੇਰੇ ਬਾਪ, ਮੇਰੇ ਦਾਦਾ ਨੂੰ ਵੀ ਬ੍ਰਿਜ ਭਾਸ਼ਾ ਬਾਰੇ ਕੋਈ ਗਿਆਨ ਨਹੀਂ ਸੀ। ਅਤੇ ਤੁਸੀਂ ਕਹਿ ਸਕਦੇ ਹੋ ਕਿ 70 ਸਾਲ ਦੀ ਮੇਰੀ ਉਮਰ ਅਤੇ ਮੇਰੇ ਦਾਦਾ 80-85 ਸਾਲ ਦੀ ਉਮਰ ਵਿੱਚ ਗੁਜ਼ਰੇ, ਅਤੇ ਕਹਿਣ ਦਾ ਮਤਲਬ ਪਿਛਲੇ 150 ਸਾਲ ਤੋਂ ਬ੍ਰਿਜ ਭਾਸ਼ਾ ਦੀ ਹੋਂਦ ਨਹੀਂ, ਜੋ ਕਿ ਮੇਰੇ ਸਾਹਮਣੇ ਦੇਖਣ ਵਿੱਚ ਆਈ ਹੈ। ਸਿੱਖਾਂ ਵਿੱਚ ਇਸ ਦਾ ਕੋਈ ਬੋਲਬਾਲਾ ਨਹੀਂ। ਤਾਂ ਫਿਰ ਗੁਰਦੁਆਰਿਆਂ ਵਿੱਚ ਕਥਾ ਕਰਦਾ ਹੋਏਗਾ, ਜ਼ਰੂਰ ਪੰਜਾਬੀ ਵਿੱਚ ਕਰਦਾ ਹੋਏਗਾ। ਪੰਜਾਬ ਵਿੱਚ ਪੈਦਾ ਹੋਇਆ, ਸਿੱਖ ਪਰਿਵਾਰ ਵਿੱਚ ਪੈਦਾ ਹੋਇਆ, ਗੁਰਦੁਆਰਿਆਂ ਵਿੱਚ ਤਾਲੀਮ ਲਈ ਕਵੀ ਸੰਤੋਖ ਸਿੰਘ ਨੇ। ਉਸ ਦੀ ਕੀ ਮਜਬੂਰੀ ਸੀ ਕਿ ਉਹ ਪੰਜਾਬੀ ਨੂੰ ਛੱਡ ਕੇ ਬ੍ਰਿਜ ਭਾਸ਼ਾ ਵਿੱਚ ਗ੍ਰੰਥ ਲਿਖ ਰਿਹਾ। ਇਹਦੇ ਤੋਂ ਸਿੱਧੀ ਕਵੀ ਸੰਤੋਖ ਸਿੰਘ ਦੀ ਮਨ ਦੀ ਕਾਲਖ, ਬੇਈਮਾਨੀ, ਦੁਰਾਦਾਪਨ, ਮਨ ਹੋਰ ਮੁੱਖ ਹੋਰ ਵਾਲੀ ਗੱਲ ਸਪਸ਼ਟ ਹੁੰਦੀ ਹੈ ਕਿ ਉਸਨੇ ਜਾਣ ਬੁੱਝ ਕੇ ਇਹ ਗ੍ਰੰਥ ਔਖੀ ਭਾਸ਼ਾ ਵਿੱਚ ਲਿਖਿਆ ਤਾਂ ਕਿ ਲੋਕਾਂ ਨੂੰ ਸੱਚ ਦਾ ਪਤਾ ਨਾ ਲੱਗੇ। ਜਦੋਂ ਤੱਕ ਸੱਚ ਦਾ ਪਤਾ ਲੱਗਣ ਲੱਗੇ
ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇ ਔਰ ਤਦ ਇਸ ਨੂੰ ਗੁਰਮਤਿ ਦੇ ਵਿਹੜੇ ਵਿੱਚੋਂ ਕੱਢਣਾ ਔਖਾ ਹੋ ਜਾਏ। ਸੋ ਇਹ ਮੇਰੀ ਸੋਚ ਹੈ, ਮੈਨੂੰ ਇੰਝ ਸਮਝ ਆਉਂਦਾ, ਮੈਂ ਦੱਸ ਦਿੱਤਾ। ਇੱਕ ਬੇਨਤੀ ਮੈਂ ਵਾਰ-ਵਾਰ ਕਰ ਦੇਵਾਂ ਕਿ ਇਹ ਖੋਜ ਦੇ ਕਾਰਜ ਦੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ। ਮੈਂ ਸਿਰਫ ਖੋਜ ਕਰਕੇ ਵੀਡੀਓ ਬਣਾ ਸਕਦਾ। ਤੁਸੀਂ ਇਸ ਨੂੰ ਸੁਣੋਗੇ, ਤੁਹਾਨੂੰ ਚੰਗਾ ਲੱਗਦਾ ਤੇ ਭਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਇਆ ਕਰੋ। ਔਰ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਨੂੰ ਸਬਸਕ੍ਰਾਈਬ ਵੀ ਕਰ ਲਓ, ਕਿਉਂਕਿ ਅਖੀਰ ਤੱਕ ਵੀਡੀਓ ਬਹੁਤ ਘੱਟ ਵੀਰ ਸੁਣਦੇ ਨੇ ਔਰ ਵਿੱਚੋਂ ਛੱਡ ਕੇ ਚਲੇ ਜਾਂਦੇ ਨੇ, ਤੇ ਨਾ ਤੇ ਪੂਰਾ ਰਸ ਆਉਂਦਾ, ਨਾ ਪੂਰੀ ਗੱਲ ਸਮਝ ਆਉਂਦੀ, ਨਾ ਹੀ ਵੀਡੀਓ ਦੇ ਜੋ ਹੈ ਉਸ ਦਾ ਫਲ ਸਾਨੂੰ ਮਿਲਦਾ ਹੈ। ਕੋਈ ਕਾਰਨ ਕਿ ਵੀਡੀਓ ਨੂੰ ਸਬਸਕ੍ਰਾਈਬ ਕਰੋਗੇ, ਲਾਈਕ ਪਸੰਦ ਕਰੋਗੇ, ਵੱਧ ਤੋਂ ਵੱਧ ਸਾਂਝਾ ਕਰੋਗੇ ਤਾਂ ਸਾਡਾ ਜੋ ਮਿਹਨਤ ਕੀਤੀ ਹੋਈ ਹੈ ਉਹ ਸਫਲ ਹੋਈ ਅਸੀਂ ਸਮਝਦੇ ਹਾਂ। ਸੋ ਸਾਰੇ ਵੀਰ ਸਬਸਕ੍ਰਾਈਬ ਕਰੋ ਔਰ ਇਸ ਨੂੰ ਪਸੰਦ ਕਰੋ। ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ, ਜੇ ਪੰਜਾਬ ਵਿੱਚ ਪੰਜਾਬੀ ਦੇ ਵਿੱਚ ਸਭ ਕੁਝ ਮੈਂ ਪਿਛਲੇ 150 ਸਾਲ ਦਾ ਦੇਖ ਰਿਹਾ, ਤੇ ਪਹਿਲਾਂ ਵੀ ਪ੍ਰਚਲਨ ਉਹੀ ਹੋਏਗਾ। ਨਹੀਂ ਕੁਝ ਤਾਂ ਕੁਝ ਬ੍ਰਿਜ ਭਾਸ਼ਾ ਸਾਡੇ ਘਰਾਂ ਵਿੱਚ ਬੋਲੀ ਜਾਂਦੀ, ਆਮ ਬੋਲਚਾਲ ਵਿੱਚ ਆਉਂਦੀ, ਪਰ ਕਿਤੇ ਕੁਝ ਨਹੀਂ ਹੈ। ਇਹ ਬ੍ਰਿਜ ਭਾਸ਼ਾ ਸਿੱਖਾਂ ਦੀ ਭਾਸ਼ਾ ਨਹੀਂ ਸੀ, ਕਿਉਂਕਿ ਸਾਰੇ ਦੇ ਸਾਰੇ ਗ੍ਰੰਥ, ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ, ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਿਜ ਭਾਸ਼ਾ ਨਹੀਂ ਹੈ, ਪਰ ਬਚਿੱਤਰ ਨਾਟਕ ਵਿੱਚ ਵੀ ਬ੍ਰਿਜ ਭਾਸ਼ਾ ਹੈ ਔਰ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਬ੍ਰਿਜ ਭਾਸ਼ਾ। ਹਰ ਜਗ੍ਹਾ ਬ੍ਰਿਜ ਭਾਸ਼ਾ ਨੂੰ ਆਪਣੀ ਮਾਂ ਬੋਲੀ ਬਣਾਇਆ ਹੋਇਆ, ਜਦ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ, ਲਿਪੀ ਸਾਡੀ ਗੁਰਮੁਖੀ ਹੈ। ਸੋ ਪੰਜਾਬ ਵਿੱਚ ਪੈਦਾ ਹੋਇਆ, ਸਿੱਖ ਪਰਿਵਾਰ ਵਿੱਚ, ਗੁਰਦੁਆਰੇ ਵਿੱਚ ਤਾਲੀਮ ਹੋਈ, ਪਰ ਜਦੋਂ ਗ੍ਰੰਥ ਲਿਖਣ ਲੱਗਾ ਉਸਨੇ ਬ੍ਰਿਜ ਭਾਸ਼ਾ ਵਿੱਚ ਲਿਖਿਆ। ਇਹ ਸੰਦਿਗਧ ਹੈ, ਇਹ ਸ਼ੰਕਾ ਇਹਦੇ 'ਤੇ ਉਤਪੰਨ ਹੁੰਦੀ ਹੈ, ਸਵਾਲ ਪੈਦਾ ਹੁੰਦਾ। ਤੇ ਇਹ ਸਾਰੇ ਤੁਸੀਂ ਵੀਰ ਦੇਖ ਲਿਓ। ਔਰ ਜਿਸ ਗ੍ਰੰਥ ਦੀ ਅਸੀਂ ਹੁਣ ਵਿਚਾਰ ਕਰ ਰਹੇ ਹਾਂ, ਇਸ ਗ੍ਰੰਥ ਨੂੰ 1823 ਈਸਵੀ ਵਿੱਚ ਜਦੋਂ ਕਿ ਪੰਜਾਬ ਵਿੱਚ ਸਿੱਖਾਂ ਦਾ ਰਾਜ ਸੀ, ਉਦੋਂ ਇਸ ਕਵੀ ਸੰਤੋਖ ਸਿੰਘ ਨੇ ਪ੍ਰਕਾਸ਼ਿਤ ਕਰਵਾਇਆ, ਉਦੋਂ ਲਿਖਿਆ। ਸੋ ਹੁਣ ਜਿਹੜੀ ਮੈਂ ਗੱਲ ਕਰਦਾ, ਅਸੀਂ ਘਰ ਬਣਾਉਂਦੇ ਹਾਂ। ਘਰ ਬਣਾਉਣ ਲਈ ਜ਼ਮੀਨ ਲਈਦੀ ਹੈ ਔਰ ਫਿਰ ਸਾਰਾ ਮਟੀਰੀਅਲ ਲਿਆ ਕੇ ਨੀਹਾਂ ਪੁੱਟੀ ਦੀਆਂ। ਘਰ ਬਣਾ ਕੇ 5 7 10 ਸਾਲ ਰਹਿੰਦਿਆਂ ਹੋ ਜਾਏ, ਉਹਦੇ ਵਿੱਚ ਕੁਝ ਟੁੱਟ ਫੁੱਟ ਹੋ ਜਾਂਦੀ ਹੈ, ਅਸੀਂ ਘਰ ਦੀ ਮੁਰੰਮਤ ਕਰਾਉਂਦੇ ਹਾਂ, ਰਿਪੇਅਰ ਕਰਾਉਂਦੇ ਹਾਂ, ਮੁੜ ਕੇ ਘਰ ਨੂੰ ਨਵਾਂ ਨਰੋਆ ਬਣਾ ਲੈਂਦੇ। ਪਰ ਜੇ ਕਿਸੇ ਘਰ ਦੀ ਨਿਊ ਜਿਹੜੀ ਹੈ ਉਹ ਰੇਤ ਦੀ ਢੇਰੀ ਉੱਤੇ ਰੱਖੀ ਗਈ ਹੋਵੇ, ਰੇਤ ਦੀ ਢੇਰੀ ਉੱਤੇ ਨੀਂਹ ਰੱਖਣ ਸਦਕਾ ਉਹ ਬਿਲਡਿੰਗ ਵਿੱਚ ਕਰੈਕ ਆਉਣ, ਉਹ ਬਿਲਡਿੰਗ ਡਗਮਗਾਏ ਔਰ ਅਸੀਂ ਜਿੱਥੋਂ ਕਰੈਕ ਆਉਣ ਉੱਥੋਂ ਉਹਨੂੰ ਭਰ ਦਈਏ, ਸਾਫ ਸਫਾਈ ਕਰ ਦਈਏ, ਉਹ 2-4 ਮਹੀਨੇ ਬਾਅਦ ਫਿਰ ਕਰੈਕ ਆਉਣ, ਉਸ ਨੂੰ 2 ਵਾਰ 4 5 7 10 ਵਾਰ ਭਾਵੇਂ 100 ਵਾਰ ਰਿਪੇਅਰ ਕਰ ਲਓ, ਆਖਰ ਉਸ ਬਿਲਡਿੰਗ ਨੇ ਗਿਰਨਾ ਹੀ ਗਿਰਨਾ ਹੈ। ਉਸ ਦਾ ਜੋ ਹੈ ਉਸ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ, ਉਸ ਨੂੰ ਜੀਵਤ ਨਹੀਂ ਰੱਖਿਆ ਜਾ ਸਕਦਾ। ਕਾਰਨ ਇਹ ਕਿ ਜਿਹੜੀ ਨੀਂਹ ਹੈ ਉਹ ਰੇਤ 'ਤੇ ਰੱਖੀ ਹੋਈ ਹੈ। ਅਤੇ ਕਦੀ ਵੀ ਬਿਲਡਿੰਗ ਬਣਾਉਣ ਲੱਗੇ, ਕੋਈ ਵੀ ਮਾਲਕ ਬਿਲਡਿੰਗ ਬਣਾਉਣ ਵਾਲਾ ਨਿਊ ਜਿਹੜੀ ਹੈ ਕਮਜ਼ੋਰ ਨਹੀਂ ਰੱਖਦਾ। ਨਿਊ ਹਮੇਸ਼ਾ ਇੱਕੋ ਵਾਰ ਰੱਖੀ ਜਾਂਦੀ ਹੈ। ਉਹ ਮਜ਼ਬੂਤ ਹੋਵੇ ਤਾਂ ਉਹਦੇ ਉੱਤੇ ਜਿੰਨੀਆਂ ਮਰਜ਼ੀ ਮੰਜ਼ਲਾਂ ਛੱਤ ਲਵੋ, ਉੱਤੇ ਕੋਈ ਰਿਪੇਅਰ ਕਰਨੀ ਹੋਵੇ ਜਦੋਂ ਮਰਜ਼ੀ ਕਰ ਸਕਦੇ ਹਾਂ। ਹੁਣ ਇਹ ਗੱਲ ਮੈਂ ਕਿਉਂ ਕਰ ਰਿਹਾ, ਅਸੀਂ ਇਸ ਨੂੰ ਟਿਕਾਉਣਾ ਆਪਣੇ ਸਿੱਖਾਂ ਉੱਤੇ। ਸਾਰੇ ਸਿੱਖ ਵਿਦਵਾਨ ਇੱਕ ਸੁਰ ਵਿੱਚ ਕਹਿੰਦੇ ਨੇ ਕਿ ਸੂਰਜ ਪ੍ਰਕਾਸ਼ ਗ੍ਰੰਥ ਜਿਹੜਾ ਇਹ ਸਿੱਖ ਇਤਿਹਾਸ ਦਾ ਸੋਮਾ। ਮੈਂ ਸਵਾਲ ਕਰਦਾ ਕਿ ਸੋਮਾ ਜਿਹੜਾ ਜ਼ਹਿਰ ਨਾਲ ਭਰਿਆ ਹੋਵੇ, ਜਿਹੜਾ ਗੁਰੂ ਦੀ ਨਿੰਦਿਆ ਨਾਲ ਭਰਿਆ ਹੋਵੇ, ਗੁਰੂ ਦੇ ਉੱਤੇ ਚਿੱਕੜ ਸੁੱਟਦਾ ਹੋਵੇ, ਉਸ ਨੂੰ ਅਗਰ ਸਿੱਖ ਸੋਮਾ ਕਹਿਣਗੇ ਤਾਂ ਇਸ ਤੋਂ ਬੁਰੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਜਦੋਂ ਕੋਈ ਦਰਿਆ ਪਾਰ ਕਰਨਾ ਹੋਵੇ, ਨਦੀ ਪਾਰ ਕਰਨੀ ਹੋਵੇ ਤਾਂ ਬੇੜੀ ਦਾ ਸਹਾਰਾ ਲਿਆ ਜਾਂਦਾ, ਪਰ ਜੇ ਕੋਈ ਬੰਦਾ 2 ਬੇੜੀਆਂ 'ਤੇ ਪੈਰ ਰੱਖ ਕੇ ਨਦੀ ਪਾਰ ਕਰਨਾ ਚਾਹੇ, ਉਹ ਕਦੀ
नदी दे पार नहीं हो सकता, उसने विच विचाले डुब जाना है, उसने मर जाना। आओ असी इस कवि संतोख सिंह दी इस ग्रंथ नूं शुरुआत करन दी गल करदे हां। शुरू विच पहला जिहड़ा ये बंद लिखदा है ਉਹਦੇ ਵਿੱਚ ਇਹ अकाल पुरख की उस्तत करदा है। अकाल पुरख की उस्तत लई ये दो लाइनां कहंदा है। वो की कहंदा है, एक अंकार सतगुर ते प्रसाद सच होए, वाहिगुरु जी की फतेह विघन विनाशन सोए। सतगुर अकाल पुरख केवल एक है, उसकी किरपा नाल सच की प्राप्ति हुंदी है। वो अकाल पुरख ही वाहिगुरु है अते वाहिगुरु जी दी सदा फतेह है। वो सारियां रुकावटां मुश्किलां दा नाश करन वाला है। ये गल बड़ी गुरमत अनुसारी है, सोहनी लगदी है कि देखो जी आ कवि संतोख सिंह तां पक्का गुरसिख है। जिवें पतिवर्ता औरत अपने पति की तारीफ करे, पति की उस्तत करे, पति नाल रहे तां उसनूं समाज विच बहुत चंगा मन्निया जांदा है। पर अगर कोई औरत अपने पति की उस्तत करन तो बाद उस तो डबल उस्तत किसी होर दी करे तां उसनूं की कहांगे? पत्नी अपने पति कोल 2-3 दिन रातां रहे, 2-3 रातां बाहर रहे, उसनूं की कहांगे? बहुत अच्छी कहांगे। ये कहांगे देखो जी अपने पति नाल किन्ने प्यार नाल 3 रातां रही, 3 दिन पति को रहिंदी है, 3 दिन बाहर रहिंदी, फिर की होया? चंगा चंगा रख लो, माड़ा माड़ा छड्ड दिओ। आओ मैं इन्ने सख्त लफ्ज़ क्यों वरत रहा? क्योंकि ये सख्त लफ्ज़ ही सानू चुभने हैं, तां ही सानू थोड़ी जाग आउणी है। आओ अगले बंद विच की कहंदा है कवित, तीनों लोक वरदानी, तीनों जाचैं महाराणी, तीनों ताप हानि, आद तीनों गुण मंडिका, तीनों काल मानी, तीनों शक्त प्रधानी तव, तीनों कृतवानी, तीनों गानी वर बंडिका, दीनी राजधानी, व्रज पानी को कृपान पानी, जानी मैं पवानी, सुख खानी खल खंडिका, नमो नमो वाकवाणी, जोत विद तानी, दास रसना वसानी, जैत जैत मात चांडिका, चांडिका चंडी माता जी। हुण जिहड़ा बंदा एक अकाल पुरख नूं मनदा है, वाहिद एक शक्ति नूं मनदा है, वाहिद एक कानून नूं मनदा है, जो सारी कायनात नूं सारी सृष्टि नूं अपने नियम तहत हुक्म दे विच, जिहड़ा गुरु नानक पातशाह जपजी साहब विच कहंदे ने, हुक्म रजाई चलना नानक लिखिया नाल। जिहड़ा लिखारी पहलां तो उस हुक्म की गल करदा, पर उस तो बाद हुण 3 रातां बाहर रहण वाली गल हो गई। हुण सुणो इहदे अर्थ की बनदे ने। हे वाकबाणी भाव कविता ते सुंदर बाणी उचारण की शक्ति देण वाली माता, माता आप दी जोत प्रगट हो के मेरी जबान ते वस गई है। मैं आप जी नूं नमस्कार करदा हाँ ते तेज स्वरूप वाली माता आप जी दी सदा जय जयकार होवे। माता जी आप ही तिन्ना लोकां भाव धरती आकाश अते पताल नूं विद्या दा वर देण वाली हैं। तिन्ना वर्गां दे कवि आप जी नूं वड्डा समझ के आप जी दी पूजा करते हैं। आप ही कवियां दे संताप नूं भी दूर करन वाली हैं। आपने अपनी तिन्ना गुणां नाल कवियां आदि नूं जमाल ते जलाल दोहां सुंदरताइयां नाल सजाया है। तिन्ना कालां दे कवियां ने आप दा सत्कार कीता है। आप दियां 3 प्रधान शक्तियां भाव धन अन्न अते औलाद दे के लोकां नूं निहाल कर रहीआं हन। आप तिन्ना कारजां दे करन वाली हैं। भाव आप करके ही कविता उपजदी है। मतलब कवि ने एक कविता लिखी, एडा वड्डा ग्रंथ लिखिया
ਇਹ ਕਵੀ ਸਰਸਵਤੀ ਚੰਡੀ ਕਵੀ ਦੀ ਕਿਰਪਾ ਨਾਲ ਲਿਖਿਆ। ਜੱਗ ਸਫਲ ਹੁੰਦੇ ਹਨ ਅਤੇ ਜਲ ਪ੍ਰਾਪਤ ਹੁੰਦਾ ਹੈ। ਤਿੰਨਾਂ ਕਾਲਾਂ ਦੇ ਕਵੀਆਂ ਨੇ ਤੇਰੇ ਜਸ ਗਾਏ ਹਨ। ਹੇ ਵਰ ਦੇਣ ਵਾਲੀ ਮਾਤਾ, ਆਪ ਜੀ ਦੇ ਹੱਥ ਵਿੱਚ ਤਲਵਾਰ ਹੈ ਅਤੇ ਆਪ ਜੀ ਨੇ ਸਾਰੇ ਯੁੱਧ ਜਿੱਤੇ ਹਨ। ਆਪ ਕੁਸ਼ਲਤਾ ਦੀ ਦਾਤ ਹੋ, ਸੁੱਖਾਂ ਦੀ ਖਾਣ ਹੋ ਅਤੇ ਆਪ ਵਿੱਚ ਦੁਸ਼ਟਾਂ ਵਿਘਨਕਾਰੀਆਂ ਨੂੰ ਨਾਸ਼ ਕਰਨ ਵਾਲਾ ਤੇਜਮਈ ਗੁਣ ਹੈ। ਇਹ ਕਵੀ ਸੰਤੋਖ ਸਿੰਘ ਦੇਵੀ ਦੀ ਉਸਤਤ ਵਿੱਚ, ਅਕਾਲ ਪੁਰਖ ਦੀ ਉਸਤਤ ਵਿੱਚ 2 ਲਾਈਨਾਂ ਛੋਟੀਆਂ ਜਿਹੀਆਂ ਨਿਬੇੜ ਦਿੱਤੀਆਂ। ਆ ਦੇਵੀ ਦੀ ਉਸਤਤ ਵਿੱਚ ਤਾਂ ਸਾਰੇ ਦੁਨੀਆ ਦੇ ਗੁਣ ਦੇਵੀ ਵਿੱਚ ਭਰ ਦਿੱਤੇ। ਉਹਦੇ ਸਦਕਾ ਹੀ ਸਭ ਕੁਝ ਹੋ ਰਿਹਾ। ਤੇ ਫਿਰ ਨਿਊ ਰੇਤ 'ਤੇ ਰੱਖੀ ਹੋਈ ਹੈ। ਨਿਊ ਜਿਹੜੀ ਹੈ ਸਾਡੇ ਸਿੱਖੀ ਮਹਿਲ ਦੀ, ਉਹ ਸਿੱਖੀ ਮਹਿਲ ਕਿੰਨੇ ਦਿਨ ਜਿਉਂਦਾ ਰਹੇਗਾ? ਇਹ ਸਾਡੇ ਸੋਚਣ ਦੀ ਗੱਲ ਹੈ। ਅੱਗੇ ਕੀ ਕਰਦਾ ਹੈ ਕਿ ਇਹ ਅਕਾਲ ਪੁਰਖ ਦੀ ਵਡਿਆਈ ਕਰਦਾ ਹੈ, ਤੇ ਪਰ ਨਾਮ ਦੀ ਵਡਿਆਈ ਕਰਦਾ ਕਰਦਾ ਇਹ ਕੀ ਕਹਿੰਦਾ, ਇੱਕ ਅਕਾਲ ਪੁਰਖ ਤੈਨੂੰ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਹਵਾ, ਗਣੇਸ਼, ਅਗਨੀ, ਵਰਨ, ਬਨਸਪਤੀ, ਇੰਦਰ, ਜਿੰਨੇ ਦੇਵਤੇ ਨੇ ਕਾਲਪਨਿਕ ਪਾਤਰ ਨੇ ਹਿੰਦੂ ਮਿਥਿਹਾਸ ਦੇ, ਉਹਨਾਂ ਨੂੰ ਸਿੱਖ ਧਰਮ ਵਿੱਚ ਰਿਕੋਗਨਾਈਜ਼ ਕਰ ਰਿਹਾ, ਉਹਨਾਂ ਨੂੰ ਦਾਖਲ ਕਰ ਰਿਹਾ। ਹਾਲਾਂਕਿ ਇੱਥੇ ਅਕਾਲ ਪੁਰਖ ਨੂੰ ਉੱਪਰ ਰੱਖ ਰਿਹਾ, ਇਹਨਾਂ ਨੂੰ ਉਹਦੇ ਹੇਠ ਰੱਖ ਰਿਹਾ। ਪਰ ਬਈ ਜਦੋਂ ਹੋਂਦ ਹੋ ਗਈ, ਕਿਉਂਕਿ ਗੁਰਮਤਿ ਦਾ ਵਿਧਾਨ ਕੁਝ ਹੋਰ ਹੈ। ਗੁਰਮਤਿ ਦਾ ਵਿਧਾਨ ਇਹ ਹੈ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨ ਉਪਾਇਆ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਇਹ ਦੇਵੀ ਦੇਵਤੇ ਹੈ ਨਹੀਂ ਹਨ, ਇਹ ਮਾਇਆ ਹੈ, ਛਲਾਵਾ ਹੈ, ਇਹ ਪੁਜਾਰੀ ਲਾਣੇ ਨੇ ਘੜੇ ਹਨ। ਇਹ ਸਿਮਰਤੀਆਂ ਸ਼ਾਸਤਰਾਂ ਵਿੱਚ ਲਿਖ ਕੇ ਇਹ ਬਣਾਏ ਕਿਉਂ ਹਨ ਕਿ ਸੁੱਖਾਂ ਦੀ ਪ੍ਰਾਪਤੀ ਲਈ ਔਰ ਦੁੱਖਾਂ ਤੋਂ ਬਚਣ ਲਈ, ਛੁਟਕਾਰਾ ਪਾਉਣ ਲਈ ਇਹਨਾਂ ਦੇਵੀ ਦੇਵਤਿਆਂ ਦੇ ਪੂਜਾ ਦੇ ਵਿਧੀ ਵਿਧਾਨ ਪੁਜਾਰੀ ਸ਼੍ਰੇਣੀ ਨੇ ਰਚੇ ਹਨ। ਤੇ ਗੁਰਮਤਿ ਕਹਿੰਦੀ ਹੈ ਨਹੀਂ। ਤੇ ਹੋਰ ਤੁਹਾਨੂੰ ਦੱਸ ਦਈਏ ਕਿ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹੀ ਇਹ ਕਹਿ ਰਹੇ ਨੇ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ। ਇਹਨਾਂ ਦੀ ਪੂਜਾ ਕਰੀਏ, ਇਹਨਾਂ ਤੋਂ ਕੀ ਮੰਗੀਏ, ਕੀ ਇਹ ਦੇ ਸਕਦੇ ਨੇ? ਇਹ ਤਾਂ ਪੱਥਰ ਦੀਆਂ ਮੂਰਤੀਆਂ ਨੇ। ਇਹ ਤਾਂ ਐਸਾ ਹੈ ਕਿ ਇਹਨਾਂ ਨੂੰ ਜਿੰਨਾ ਮਰਜ਼ੀ ਪਾਣੀ ਨਾਲ ਧੋਈ ਜਾਓ, ਪਾਣੀ ਵਿੱਚ ਫਿਰ ਸੁੱਟੋ, ਇਹਨਾਂ ਡੁੱਬ ਜਾਣਾ। ਇਹ ਆਪ ਨਹੀਂ ਤਰ ਸਕਦੀਆਂ, ਤੁਹਾਨੂੰ ਕੀ ਦੇ ਸਕਦੀਆਂ? ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੂ ਕਿਆ ਦੇ। ਪਾਣ ਨੀਰ ਪਖਾਲੀਏ ਭਾਈ, ਜਲ ਮੈਂ ਬੂਢੇ ਤੇ। ਪੱਥਰ ਨੂੰ ਜਿੰਨਾ ਮਰਜ਼ੀ ਨਵਾ ਲਓ, ਪਾਣੀ ਵਿੱਚ ਛੱਡੋਗੇ ਤੇ ਡੁੱਬ ਜਾਣਾ। ਗੁਰੂ ਬਾਣੀ ਦੇਵੀ ਦੇਵਤੇ ਨੂੰ ਕੁਝ ਨਹੀਂ ਮੰਨਦੀ। ਔਰ ਇੱਥੇ ਇਹ ਲਿਖਾਰੀ ਦਾ ਜੋ ਸਾਰਾ ਕੁਝ ਦੇਵੀ ਹੈ, ਸਾਰਾ ਕੁਝ ਦੇਵੀ ਦੀ ਕਿਰਪਾ ਨਾਲ ਹੋ ਰਿਹਾ, ਜਿਸ ਦਾ ਸਾਰਾ ਕੁਝ ਇੱਕ ਐਸੀ ਦੇਵੀ ਦੀ ਕਿਰਪਾ ਨਾਲ ਹੋ ਰਿਹਾ ਜਿਹੜੀ ਸਿੱਖ ਧਰਮ 'ਤੇ ਉਹਦੇ ਦੀ ਹੋਂਦ ਹੀ ਨਹੀਂ ਹੈ। ਉਸ ਦਾ ਲਿਖੇ ਹੋਏ ਗ੍ਰੰਥ ਨੂੰ ਅਸੀਂ ਬਹੁਤ ਮਹਾਨ ਮੰਨੀ ਬੈਠੇ ਹਾਂ। ਇਹ ਇਸ ਤੋਂ ਵੱਡੀ ਜੋ ਗਲਤ ਗੱਲ ਹੋਰ ਕੀ ਹੋ ਸਕਦੀ ਹੈ? ਅੱਗੇ ਇਹ ਕੀ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਜਿਹੜੀ ਹੈ ਉਸ ਦੇ ਬਾਰੇ ਕਵੀ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਜਿਹੜੀ ਹੈ ਉਹ ਤੁਰਕਾਂ ਨੂੰ ਨਾਸ਼ ਕਰਨ ਲਈ ਹੋਈ ਹੈ। ਭਾਵ ਗੁਰੂ ਤੇਗ ਬਹਾਦਰ ਜੀ ਸਿਰਫ ਕਿਸੇ ਇੱਕ ਖਾਸ ਜਾਤੀ ਲਈ ਉਹ ਇਸ ਦੁਨੀਆ 'ਤੇ ਕੰਮ ਕਰਨ ਆਏ ਸਨ। ਬਾਕੀ ਦੁਨੀਆ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਲਓ ਸੁਣੋ,
तेग बहादुर धर्म तुझ हरता तुरकण मूल चरण शरण तारण तरन नमो होए अनुकूल। कि ਉਹਦਾ ਅਰਥ ਕੀ ਹੈ? ਗੁਰੂ ਤੇਗ ਬਹਾਦਰ ਜੀ ਧਰਮ ਦੀ ਧੁਜਾ ਹਨ ਅਤੇ ਤੁਰਕਾਂ ਦੀਆਂ ਜੜ੍ਹਾਂ ਪੁੱਟਣ ਵਾਲੇ ਹਨ। ਉਹਨਾਂ ਦੇ ਚਰਨਾਂ ਦੀ ਸ਼ਰਨ ਭਵ ਸਾਗਰ ਤੋਂ ਤਾਰਨ ਲਈ ਜਹਾਜ਼ ਰੂਪ ਹੈ। ਭਾਵ ਗੁਰੂ ਤੇਗ ਬਹਾਦਰ ਜੀ ਤੁਰਕਾਂ ਨੂੰ ਖਤਮ ਕਰਨ ਲਈ, ਹੁਣ ਸੰਸਾਰ ਦੇ ਵਿੱਚ ਕੋਈ 30 ਤੋਂ ਜ਼ਿਆਦਾ ਦੇਸ਼ ਜਿਹੜੇ ਇਸਲਾਮਿਕ ਦੇਸ਼ ਹਨ, ਮੁਸਲਮਾਨ ਦੇਸ਼ ਹਨ, ਔਰ ਸਾਡੇ ਬਹੁਤ ਸਾਰੀ ਸਿੱਖ ਵਸੋਂ ਉਹਨਾਂ ਦੇਸ਼ਾਂ ਵਿੱਚ ਆਪਣੀ ਰੋਜੀ ਰੋਟੀ ਕਮਾਉਣ ਗਈ ਹੋਈ ਹੈ। ਜੇਕਰ ਆਹ ਇਤਿਹਾਸਕ ਗ੍ਰੰਥ ਉਹਨਾਂ ਨੂੰ ਉਲਟਾ ਕਰਕੇ ਸੁਣਾ ਦਿੱਤਾ ਜਾਵੇ ਕਿ ਸਾਡੇ ਗੁਰੂ ਸਾਹਿਬਾਨ ਇਸ ਦੁਨੀਆ 'ਤੇ ਆਏ ਇਸ ਲਈ ਸਨ ਕਿ ਤੁਹਾਡੀ ਜੜ ਪੁੱਟਣੀ ਸੀ, ਤੁਹਾਨੂੰ ਧਰਤੀ ਤੋਂ ਖਤਮ ਕਰਨਾ ਸੀ। ਅੰਦਾਜ਼ਾ ਲਗਾਓ ਸਮਾਜ ਵਿੱਚ ਕਿਹੋ ਜਿਹਾ ਮਾਹੌਲ ਹੋਏਗਾ। ਔਰ ਸਾਡੇ ਗੁਰੂ ਸਾਹਿਬਾਨ, ਸਾਡੀ ਗੁਰਮਤਿ ਸਾਰੇ ਸੰਸਾਰ ਨੂੰ ਇੱਕ ਨਜ਼ਰ ਨਾਲ ਦੇਖਣ ਵਾਲਾ। ਗੁਰੂ ਨਾਨਕ ਦਾ ਮਿਸ਼ਨ ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੇ ਚਾਨਣ ਸਭ ਮੈਂ ਚਾਨਣ ਹੋਏ ਕਹਿਣ ਵਾਲਾ। ਇੱਥੇ ਇਸ ਕਵੀ ਅਨੁਸਾਰ ਉਹ ਤੁਰਕਾਂ ਦੀ ਜੜ ਪੁੱਟਣ ਨੂੰ ਆਏ ਸਨ, ਤੁਰਕਾਂ ਨੂੰ ਖਤਮ ਕਰਨ ਲਈ ਆਏ ਸਨ। ਫਿਰ ਇਸ ਗ੍ਰੰਥ ਤੋਂ ਕੀ ਖੱਟੋਗੇ? ਜਿਹੜਾ ਤੁਹਾਡੇ ਲਈ ਸਮਾਜ ਵਿੱਚ ਨਫ਼ਰਤ ਪੈਦਾ ਕਰਦਾ ਹੋਵੇ, ਉਸ ਨੂੰ ਪੜ੍ਹ ਕੇ ਕੀ ਪ੍ਰਾਪਤ ਕਰੋਗੇ? ਅੱਗੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਇਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਬਹੁਤ ਸਾਰੇ ਗਹਿਣੇ ਪਾਏ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਇੰਨੇ ਗਹਿਣਿਆਂ ਨਾਲ ਸਜੇ ਹੋਏ ਸਨ ਕਿ ਆ ਸੁਣੋ, ਗੁਰੂ ਜੀ ਦੀਆਂ ਛਾਪਾਂ ਦੀ ਚਮਕ ਅਤੇ ਛੱਲਿਆਂ ਦੀ ਸੁੰਦਰਤਾ ਹਰ ਵੇਖਣ ਵਾਲੇ ਨੂੰ ਵਿਸਮਾਦ ਵਿੱਚ ਲੈ ਜਾ ਰਹੀ ਹੈ। ਲੱਕ ਉੱਤੇ ਚੰਗੀ ਵਿਉਂਤ ਨਾਲ ਵੱਧੀ ਹੋਈ ਕੱਛ ਚੰਗੀ ਤਰ੍ਹਾਂ ਕੱਸੀ ਹੋਈ ਹੈ। ਗੁਰੂ ਜੀ ਨੇ ਹੀਰਿਆਂ ਨਾਲ ਜੜੇ ਹੋਏ ਸੋਨੇ ਦੇ ਕੜੇ ਹੱਥਾਂ ਵਿੱਚ ਪਾਏ ਹੋਏ ਹਨ। ਹੁਣ ਮੈਨੂੰ ਕੋਈ ਸਿੱਖ ਦੱਸ ਸਕਦਾ ਕਿ ਜਦੋਂ ਅੰਮ੍ਰਿਤ ਛਕਾਉਂਦੇ ਹਨ ਔਰ ਸਿੱਖੀ ਦੇ ਵਿੱਚ ਜਦੋਂ ਹਰ ਸਟੇਜ ਤੋਂ ਪ੍ਰਚਾਰ ਕੀਤਾ ਜਾਂਦਾ, ਸਰਬਲੋ ਦਾ ਕੜਾ ਪਾਉਣਾ, ਸਰਬਲੋ ਦਾ ਕੜਾ ਪਾਉਣਾ, ਹੋਰ ਗਹਿਣੇ ਨਹੀਂ ਪਾਉਣੇ। ਆ ਗੁਰੂ ਗੋਬਿੰਦ ਸਿੰਘ ਜੀ ਨੂੰ ਗਹਿਣਿਆਂ ਨਾਲ ਲੱਦਿਆ ਹੋਇਆ ਕਵੀ ਨੇ, ਔਰ ਉਹਨਾਂ ਨੇ ਸੋਨੇ ਦੇ ਹੀਰਿਆਂ ਨਾਲ ਜੜੇ ਹੋਏ ਕੜੇ ਪਾਏ ਹੋਏ। ਔਰ ਗ੍ਰੰਥ ਇਹਨੂੰ ਕਹਿੰਦੇ ਬਹੁਤ ਮਹਾਨ ਹੋ ਵੀ ਜਾਂ ਤਾਂ ਸਿੱਖ ਰਹਿਤ ਮਰਜ਼ਾਦਾ ਬਦਲ ਦਿਓ ਜਾਂ ਇਸ ਗ੍ਰੰਥ ਨੂੰ ਰੱਦ ਕਰ ਦਿਓ। ਇਹ ਤਾਂ ਹਰ ਤੁਹਾਡੇ ਪੁਆਇੰਟ ਨੂੰ, ਜਿਹਨੂੰ ਤੁਸੀਂ ਗੁਰਮਤਿ ਕਹਿੰਦੇ ਆ, ਇਹ ਇੱਕ ਇੱਕ ਕਰਕੇ ਰੱਦ ਕਰਦਾ ਹੈ। ਔਰ ਫਿਰ ਵੀ ਇਸ ਗ੍ਰੰਥ ਨਾਲ ਜੇ ਚੁੰਬੜੇ ਹੋਏ ਹੋ ਤਾਂ ਫਿਰ ਭਈ ਤੁਹਾਡੀ ਮਰਜ਼ੀ ਹੈ, ਕੋਈ ਕੀ ਕਰ ਸਕਦਾ ਹੈ। ਅੱਗੇ ਅਸੀਂ ਦੇਖਦੇ ਹਾਂ, ਗੁਰੂ ਜੀ ਨੇ ਲੱਕ ਨਾਲ ਪਟਕਾ ਬੰਨ੍ਹਿਆ ਹੋਇਆ ਹੈ ਅਤੇ ਉਸ ਵਿੱਚ ਤਲਵਾਰ ਅਤੇ ਪੱਥਾ ਕੱਸੇ ਹੋਏ ਹਨ। ਚਿਹਰੇ ਉੱਤੇ ਇੰਝ ਮੁਸਕਰਾਹਟ ਹੈ ਮਾਨੋ ਬਿਜਲੀ ਚਮਕ ਰਹੀ ਹੋਵੇ। ਅਤੇ ਇਹ ਗੁਰੂ ਸਾਹਿਬ ਦਾ ਜਿਹੜਾ ਸਾਰਾ ਅਸੀਂ ਪੜ੍ਹਿਆ ਗੁਰੂ ਗੋਬਿੰਦ ਸਿੰਘ ਜੀ ਦਾ। ਅੱਗੇ ਜਿਹੜੀ ਗੱਲ ਬਹੁਤ ਖਾਸ ਨੋਟ ਕਰਨ ਵਾਲੀ ਹੈ, ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਵਿੱਚ ਕਿ ਜਿਹੜੀ ਪਹਿਲੀ ਸਾਡੀ ਰੀਤ, ਸਾਡੀ ਸੋਚ ਪ੍ਰਚਲਿਤ ਸੀ ਕਿ ਧਰਤੀ ਨੂੰ ਬਲਦ ਨੇ ਸਿੰਘਾਂ ਉੱਤੇ ਚੁੱਕਿਆ ਹੋਇਆ, ਅਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਵੀ ਜੇਕਰ ਧਰਤੀ ਨੂੰ ਸਿੰਘਾਂ ਉੱਤੇ ਚੁੱਕਿਆ ਹੋਇਆ ਤਾਂ ਉਹ ਜਿਹੜਾ ਬਲਦ ਹੈ ਉਹ ਕਿੱਥੇ ਖੜਾ? ਵੀ ਕਹੋਗੇ ਥੱਲੇ ਹੋਰ ਧਰਤੀ ਹੈ, ਫਿਰ ਉਹ ਬਲਦ ਕਿੱਥੇ ਖੜਾ ਜੇ ਇਸਨੇ ਉਸ ਧਰਤੀ ਨੂੰ? ਆਖਰ ਗੁਰੂ ਸਾਹਿਬ ਨੇ ਇਹ ਪੁੱਛਿਆ ਕਿ ਧਰਤੀ ਹੋਰ ਪਰੇ ਹੋਰ ਤਿਸ ਤੇ ਭਾਰ ਤਲੇ ਕਵਣ ਜੋਰ। ਉੱਥੇ ਕਿਹੜਾ ਜੋਰ, ਕੌਣ ਚੁੱਕਿਆ ਹੋਇਆ? ਪਰ ਇਹ ਗ੍ਰੰਥ ਦਾ ਲਿਖਾਰੀ ਉਪਮਾ ਨਾਮ ਦੀ ਕਰ ਰਿਹਾ, ਪਰ ਇਸ ਨੇ ਸਾਰੀ ਹਿੰਦੂ ਮਤ ਸਾਡੇ ਵਿੱਚ ਵਾੜ ਦਿੱਤੀ। ਆਓ ਸੁਣਿਓ। ਵਾਹਿਗੁਰੂ ਦੇ ਸ੍ਰੇਸ਼ਟ ਨਾਮ ਦੇ ਪ੍ਰਤਾਪ ਤੇ ਵਡਿਆਈ ਦੀ ਵਿਸ਼ਾਲਤਾ ਸ਼ੇਸ਼ਨਾਗ ਜਾਣਦਾ ਹੈ।
ਜਿਸ ਪਹਾੜਾਂ ਅਤੇ ਜੰਗਲਾਂ ਨਾਲ ਭਰਪੂਰ ਧਰਤੀ ਨੂੰ ਆਪਣੇ ਸਿਰ ਤੇ ਫੁੱਲ ਵਾਂਗ ਚੁੱਕਿਆ ਹੋਇਆ ਹੈ। ਹੁਣ ਮੈਨੂੰ ਦੱਸ ਦਿਓ ਕਿ ਇਹ ਗ੍ਰੰਥ ਹਰ ਗੱਲ ਨੂੰ ਕੱਟੀ ਜਾਂਦਾ ਹੈ ਔਰ ਗ੍ਰੰਥ ਬੜਾ ਮਹਾਨ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਤਾਂ ਇਹ ਤਾਂ ਆਪੇ ਕੁਦਰਤ ਵੱਲੋਂ ਟਿਕੀ ਹੋਈ ਹੈ, ਇਹ ਸੱਚ ਦੇ ਉੱਤੇ ਟਿਕੀ ਹੋਈ ਹੈ, ਇਹ ਕੁਦਰਤੀ ਨਿਯਮ ਤਹਿਤ ਧਰਤੀ ਟਿਕੀ ਹੋਈ ਹੈ, ਕਿਸੇ ਬਲਦ ਦੇ ਕਿਸੇ ਸ਼ੇਸ਼ਨਾਗ ਦੇ ਸਿਰ ਉੱਤੇ ਨਹੀਂ ਟਿਕੀ ਹੋਈ। ਪਰ ਸੂਰਜ ਪ੍ਰਕਾਸ਼ ਦਾ ਗ੍ਰੰਥ ਦਾ ਕਰਤਾ ਕਹਿੰਦਾ ਵੀ ਸ਼ੇਸ਼ਨਾਗ ਦੇ ਸਿਰ ਉੱਤੇ ਧਰਤੀ ਟਿਕੀ ਹੋਈ ਹੈ। ਪਰ ਜੇ ਹੁਣ ਅਸੀਂ ਆਪਣੇ ਆਪ ਨੂੰ ਜਾਗਦਿਆਂ ਹੋਇਆਂ ਸੌਣ ਦੀ ਹਾਲਤ ਵਿੱਚ ਦੱਸਣਾ, ਅਸੀਂ ਕੁਝ ਸਮਝਣਾ ਹੀ ਨਹੀਂ, ਤੇ ਫਿਰ ਬਈ ਸਿੱਖੀ ਤਾਂ ਖਤਮ ਹੋ ਜਾਣੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਾਲੀ ਸਿੱਖੀ ਕਿੰਨਿਆਂ ਨੂੰ ਪਤਾ ਹੈ? ਕਥਾ ਤਾਂ ਰੋਜ਼ ਸੂਰਜ ਪ੍ਰਕਾਸ਼ ਗ੍ਰੰਥ ਦੀ ਹੁੰਦੀ ਹੈ। ਤੇ ਮੈਂ ਇਹ ਤੁਹਾਨੂੰ ਸਾਰਾ ਅੱਗੇ ਦੱਸਦਾ। ਸ਼ਾਰਦਾ ਦੇਵੀ ਜਾਣਦੀ ਹੈ ਸਾਰੇ ਦੇਵਤਿਆਂ ਨੂੰ, ਮਤਲਬ ਰਾਮਚੰਦਰ ਜਾਣਦਾ ਹੈ, ਸ਼ਾਰਦਾ ਦੇਵੀ ਜਾਣਦੀ ਹੈ ਵਾਹਿਗੁਰੂ ਦੀ ਜਿਹੜਾ ਉਪਮਾ ਹੈ ਇਹਦੀ ਵਡਿਆਈ ਕੀ ਹੈ। ਰਾਮਚੰਦਰ ਨੇ ਇਸ ਲਈ ਰਾਮ ਪੱਥਰਾਂ ਉੱਤੇ ਲਿਖ ਕੇ ਸ਼੍ਰੀ ਲੰਕਾ ਨੂੰ ਪੁਲ ਬਣਾਇਆ ਸੀ। ਰਾਮ ਨਾਮ ਦੀ ਇੰਨੀ ਵਡਿਆਈ ਹੈ। ਸ਼ਾਰਦਾ ਨੂੰ ਪਤਾ ਹੈ ਰਾਮ ਨਾਮ ਦੀ ਵਡਿਆਈ ਕਿੰਨੀ ਹੈ, ਦੇਵੀ ਨੂੰ ਪਤਾ, ਫਲਾਣੇ ਨੂੰ ਪਤਾ, ਪਰ ਸਿੱਖੀ ਵੱਲੋਂ ਸਾਨੂੰ ਕੋਰੇ ਕੀਤਾ ਜਾਂਦਾ, ਦਾਖਲੇ ਖਾਰਜ ਇੱਕਦਮ ਜ਼ੀਰੋ ਕੀਤਾ ਜਾਂਦਾ ਇਸ ਗ੍ਰੰਥ ਦੁਆਰਾ। ਪਰ ਸਾਡੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਅਸੀਂ ਇਸ ਦੀ ਵਡਿਆਈ ਸਾਰੇ ਵਿਦਵਾਨ, ਸਾਰੇ ਸਾਡੇ ਕਥਾਵਾਚਕ ਕਰੀ ਜਾਂਦੇ ਨੇ। ਮੈਂ ਇੱਕ ਇੱਕ ਨੁਕਤਾ, ਇੱਕ ਇੱਕ ਪੰਨੇ ਤੋਂ ਤੁਹਾਨੂੰ ਸੁਣਾਵਾਂਗਾ। ਅੱਜ ਦੀ ਜਿਹੜੀ ਵਿਚਾਰ ਹੈ, ਇਹ ਜਿਹੜਾ ਡਾਕਟਰ ਅਜੀਤ ਸਿੰਘ ਔਲਖ ਨੇ 11 ਭਾਗਾਂ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਨੂੰ ਲਿਖਿਆ ਹੈ। ਪਹਿਲੇ ਭਾਗ ਦੇ 27 ਪੰਨੇ ਨੰਬਰ ਤੱਕ, 27 ਪੰਨੇ ਤੱਕ ਅਸੀਂ ਕਥਾ ਵਿਚਾਰ ਕੀਤੀ ਹੈ। ਅਗਲੀ ਵੀਡੀਓ ਵਿੱਚ ਅਗਲੀ ਵਿਚਾਰ ਹੋਏਗੀ। ਉਹ ਹੀ ਮੇਰੀ ਬੇਨਤੀ ਵਾਰ-ਵਾਰ ਕਰਦਾ ਹਾਂ ਕਿ ਭਾਈ ਜੇ ਇਹ ਖੋਜ ਚੰਗੀ ਲੱਗਦੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਪਸੰਦ ਕਰੋ, ਸਾਂਝਾ ਕਰੋ, ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਸਮੇਂ ਸਿਰ ਜਦੋਂ ਵੀਡੀਓ ਪਾਵਾਂ ਤੁਹਾਡੇ ਕੋਲ ਪਹੁੰਚ ਜਾਏ। ਭੁੱਲਾਂ ਚੁੱਕਾਂ ਦੀ ਮਾफ़ੀ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।